ਸਵਾਗਤ ਹੈ ਜੀ ਇੱਕ ਵਾਰ ਫਿਰ ਦੇਸੀ ਰੰਗ ਸ਼ੋਅ ਦੇ ਵਿੱਚ ਬਹੁਤ ਨਿੱਘਾ ਸਵਾਗਤ ਜੀ ਆਇਆਂ ਨੂੰ ਦੋਸਤੋ। ਤੇ ਬੁੱਧਵਾਰ ਨੂੰ ਹੁਣ ਆਪਾਂ ਜਿਹੜਾ ਪਿਛਲੇ ਵੀਕ ਤੋਂ ਦੁਬਾਰਾ ਸ਼ੁਰੂ ਕੀਤਾ ਕੰਮ ਇਮੀਗ੍ਰੇਸ਼ਨ ਟਿਪਸ। ਸੋ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੀ ਕੁਝ ਬਦਲਾਅ ਹੁੰਦਾ ਹੈ, ਪੂਰੇ ਵੀਕ ਦੀਆਂ ਗੱਲਾਂ ਬਾਤਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਮਨਜੀਤ ਮਾਹਲ ਸਾਹਿਬ ਸਟੂਡੀਓ ਵਿੱਚ ਆਉਂਦੇ ਹੁੰਦੇ ਆ, ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੁੰਦੇ ਆ। ਤੁਹਾਡੇ ਵੀ ਕੋਈ ਸਵਾਲ ਹੁੰਦੇ ਆ ਪ੍ਰੋਗਰਾਮ ਦੌਰਾਨ 905 673 9700 ਦੇ ਉੱਪਰ ਗੱਲਬਾਤ ਕਰ ਸਕਦੇ ਹੋ, ਜਾਂ ਪ੍ਰੋਗਰਾਮ ਤੋਂ ਬਾਅਦ ਤੁਸੀਂ ਜਿਹੜਾ ਸਕਰੀਨ ਤੇ ਨੰਬਰ ਆਊਗਾ ਮਾਹਲ ਸਾਹਿਬ ਦਾ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਦਾ, ਸੋ ਇਹਨਾਂ ਦੀ ਟੀਮ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਅੱਜ ਮੈਂ ਚਾਹੂੰਗਾ ਕਿ ਦੋ ਜਿਹੜੇ ਵਿਸ਼ੇ ਆ ਤੇ ਆਪਾਂ ਗੱਲਬਾਤ ਕਰਾਂਗੇ, ਜੇ ਤੁਹਾਡਾ ਕੋਈ ਹੋਰ ਆਇਆ ਤੇ ਉਸ ਤੇ ਵੀ ਜਵਾਬ ਦੇਵਾਂਗੇ। ਸੋ ਉਹਨਾਂ ਦੇ ਵਿੱਚੋਂ ਇੱਕ ਤਾਂ ਹੋਊਗਾ ਜੀ ਵਿਜ਼ਟਰ, ਕਿਸੇ ਨੂੰ ਆਪਾਂ ਬੁਲਾਉਣਾ ਹੈ ਇੱਥੇ, ਕਿਉਂਕਿ ਫੰਕਸ਼ਨ ਕਾਫੀ ਮਤਲਬ ਸ਼ੁਰੂ ਹੋ ਗਏ ਆ ਜੀ। ਵੈਡਿੰਗ ਜਿਹੜੇ ਸਾਡੇ ਇੱਥੋਂ ਦੇ ਨਿਆਣੇ ਆ ਨਾ, ਉਹਨਾਂ ਨੇ ਇੱਕ ਇੱਕ ਦੋ ਦੋ ਸਾਲ ਅੱਗੇ ਪਾਲੀਆਂ ਸੀਗੀਆਂ, ਠੀਕ ਹੈ। ਸੋ ਦੁੱਖ ਤੇ ਸੁੱਖ ਦੇ ਵਿੱਚ ਸਾਡੇ ਕੋਈ ਇੰਡੀਆ ਤੋਂ ਜਾਂ ਦੁਨੀਆ ਦੇ ਹੋਰ ਕਿਸੇ ਮਤਲਬ ਖੇਤਰ ਤੋਂ ਆਉਣਾ ਇੱਥੇ ਕੈਨੇਡਾ ਦੇ ਵਿੱਚ, ਉਹ ਕਿਸ ਤਰ੍ਹਾਂ ਆ ਸਕਦੇ ਆ, ਉਹਨਾਂ ਦੀ ਐਪਲੀਕੇਸ਼ਨ ਭਰਨ ਸਮੇਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ, ਕੀ ਤੁਸੀਂ ਖੁਦ ਐਪਲੀਕੇਸ਼ਨ ਭਰ ਸਕਦੇ ਹੋ ਜਾਂ ਇੱਕ ਪ੍ਰੋਫੈਸ਼ਨਲ ਦੀਆਂ ਸੇਵਾਵਾਂ ਚਾਹੀਦੀਆਂ। ਸੋ ਇਸ ਤੇ ਗੱਲਬਾਤ ਕਰਾਂਗੇ। ਦੂਸਰੀ ਮੈਂ ਚਾਹੂੰਗਾ ਗੱਲਬਾਤ ਕਰਾਂਗੇ ਕਿ ਇੱਥੇ ਜੇ ਵਿਆਹ ਕਰਨ ਨਾ, ਤਾਂ ਇਸੇ ਤਰ੍ਹਾਂ ਅਸੀਂ ਇੰਡੀਆ ਵੀ ਵਿਆਹ ਕਰਨ ਜਾਣਾ ਹੈ, ਸਾਡੇ ਬੱਚਿਆਂ ਦੇ ਵਿਆਹ ਕਰਨ ਲਈ ਅਸੀਂ ਜਾਂਦੇ ਹਾਂ, ਉਸ ਟਾਈਮ ਕਿਹੜੀਆਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ, ਕੀ ਸਾਨੂੰ ਇਹ ਇੱਕ ਪ੍ਰੋਫੈਸ਼ਨਲ ਦੀ ਐਡਵਾਈਸ ਲੈ ਕੇ ਜਾਣਾ ਚਾਹੀਦਾ। ਸੋ ਦੋ ਵਿਸ਼ੇ ਇਹ ਹੋ ਗਏ ਜੀ। ਤੇ ਤੀਸਰਾ ਵਿਸ਼ਾ ਕਿ ਮੈਂ ਚਾਹੂੰਗਾ ਆਪਾਂ ਪੁੱਛਾਂਗੇ ਮਾਹਲ ਸਾਹਿਬ ਤੋਂ ਕਿ ਇਸ ਵਾਰ ਜੇ ਕਿਸੇ ਨੇ ਆਪਣੇ ਫੈਮਿਲੀ ਕੇਸ ਨੂੰ ਅਪਲਾਈ ਕਰਨਾ ਹੈ, ਉਹ ਕਿਸ ਤਰ੍ਹਾਂ ਦੀ ਤਿਆਰੀ ਕਰਕੇ ਰੱਖਣ। ਜਿਹੜੀ ਉਹਨਾਂ ਨੇ ਐਪਲੀਕੇਸ਼ਨ ਲਾਉਣੀ ਆ, ਜਿਹੜਾ ਡਰਾਅ ਕੱਢਦੇ ਆ, ਲੱਕੀ ਡਰਾਅ ਕਹਿੰਦੇ ਆ ਉਹਨੂੰ, ਕੱਢਦੇ ਆ, ਉਹਦੇ ਵਿੱਚ ਤੁਹਾਡਾ ਨੰਬਰ ਕਿਸ ਤਰ੍ਹਾਂ ਆ ਸਕਦਾ ਹੈ, ਕਿਸ ਤਰ੍ਹਾਂ ਦੀ ਤੁਹਾਡੀ ਤਿਆਰੀ ਹੋਣੀ ਚਾਹੀਦੀ ਆ, ਕਦੋਂ ਕਦੋਂ ਉਹ ਨੰਬਰ ਲੱਗ ਸਕਦਾ ਹੈ, ਕਿ ਕੀ ਤੁਹਾਨੂੰ ਅੱਜ ਤੋਂ ਹੀ ਤਿਆਰੀ ਕਰ ਲੈਣੀ ਚਾਹੀਦੀ ਆ। ਇਹ ਤਿੰਨਾਂ ਜਿਹੜੇ ਵਿਸ਼ਿਆਂ ਤੇ ਮੈਂ ਚਾਹੂੰਗਾ ਮਾਹਲ ਸਾਹਿਬ ਦੇ ਵਿਚਾਰ ਲਵਾਂਗੇ। ਪਰ ਜੇ ਵਿੱਚ ਤੁਹਾਡੀ ਕੋਈ ਕਾਲ ਆ ਗਈ ਜਾਂ ਤੁਸੀਂ ਸਾਨੂੰ ਲਾਈਵ ਟੈਕਸਟ ਕਰਤਾ, ਉਸ ਦਾ ਵੀ ਜਵਾਬ ਦੇਣਗੇ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ ਮਾਹਲ ਸਾਹਿਬ, ਜੀ ਆਇਆਂ ਨੂੰ। ਜੀ ਬਰਾੜ ਸਾਹਿਬ, ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ਸਾਡੀ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੀ ਪੂਰੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਜੀ। ਜੀ ਆਇਆਂ ਨੂੰ ਮਾਹਲ ਸਾਹਿਬ। ਇੱਕ ਵਾਰੀ ਤੁਹਾਡੀਆਂ ਸੇਵਾਵਾਂ, ਲੋਕੇਸ਼ਨ ਤੇ ਮਿਲਣ ਦਾ ਸਮਾਂ। ਬਿਲਕੁਲ ਜੀ, ਜਿਵੇਂ ਹੁਣ ਆਪਣੀਆਂ ਸਰਵਿਸਿਜ਼ ਕੀ ਨੇ ਸਾਰੀਆਂ, ਚਾਹੇ ਸਪਾਊਸਲ ਕੈਟਾਗਰੀ ਆ, ਇਹਨਾਂ ਦਿਨਾਂ 'ਚ ਕਾਫੀ ਬੈਕ ਹੋਮ ਤੋਂ ਵੀ ਵੈਡਿੰਗ ਕਰਵਾ ਕੇ ਆਏ ਨੇ। ਸੋ ਮੈਨੀ ਪੀਪਲ, ਸਪੈਸ਼ਲੀ ਜਨਵਰੀ ਤੋਂ, ਜਿਵੇਂ ਹੁਣ ਤੁਸੀਂ ਦੱਸਿਆ ਇੱਥੋਂ ਵਾਲਿਆਂ ਨੇ ਵੀ ਤੇ ਬੈਕ ਹੋਮ ਵਾਲਿਆਂ ਨੇ ਵੀ, ਸਾਰਿਆਂ ਨੇ ਆਪਣੇ ਜਿਹੜੇ ਮੇਨ ਵੈਡਿੰਗ ਫੰਕਸ਼ਨ ਸੀਗੇ ਉਹ ਹੋਲਡ ਕੀਤੇ ਹੋਏ ਸੀ, ਕਿਉਂਕਿ ਬੈਂਕਟ ਹਾਲ ਨਹੀਂ ਸੀ ਮਿਲਦੇ ਜਾਂ ਬੜੀਆਂ ਰਿਸਟ੍ਰਿਕਸ਼ਨਸ ਹੁੰਦੀਆਂ ਸੀ, ਤੁਸੀਂ ਇਕੱਠ ਨਹੀਂ ਕਰ ਸਕਦੇ, ਤੁਸੀਂ 6 ਫੁੱਟ ਦਾ ਫਾਸਲਾ ਰੱਖਣਾ ਹੈ, ਬਹੁਤ ਕੁਝ ਚੱਲਦਾ ਸੀਗਾ। ਉਸ ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਜਦੋਂ ਤੋਂ ਆਹ 2022 ਚੜ੍ਹਿਆ, ਕੋਈ ਜਨਵਰੀ, ਕੋਈ ਫਰਵਰੀ, ਮਾਰਚ ਦੇ ਵਿੱਚ ਵੈਡਿੰਗ ਕਰਵਾ ਕੇ ਆਇਆ, ਉਸ ਸਿਲਸਿਲੇ 'ਚ ਕੋਈ ਸਪਾਊਸਲ ਕੈਟਾਗਰੀ ਦੀ ਐਪਲੀਕੇਸ਼ਨ ਕਰਨੀ ਆ ਜਾਂ ਇੱਥੇ ਇਨਵਾਈਟ ਕਰਨਾ ਕਿਸੇ ਨੂੰ, ਉਹਦੀ ਵਿਜ਼ਟਵੇਜ ਦੀ ਗੱਲ ਕਰ ਲਈ ਜਾਵੇ, ਜਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਿਵੇਂ 4 ਤਰ੍ਹਾਂ ਦੇ ਲੋਕ ਐਪਲੀਕੇਸ਼ਨ ਦੇ ਲਾਉਂਦੇ ਨੇ, ਫੈਡਰਲ ਸਕਿਲਡ ਵਰਕਰ, PNP, ਫੈਡਰਲ ਸਕਿਲਡ ਟ੍ਰੇਡ ਵਰਕਰ, ਕੈਨੇਡੀਅਨ ਐਕਸਪੀਰੀਅੰਸ ਕਲਾਸ ਜੀ। ਸੋ ਇਸ ਤਰੀਕੇ ਦੀਆਂ ਸਰਵਿਸਿਜ਼, ਜਾਂ ਕੋਈ ਬਿਜ਼ਨਸ ਕਲਾਸ ਕੈਟਾਗਰੀ ਦੀ ਗੱਲ ਕਰ ਲਈ ਜਾਵੇ, ਜਾਂ ਆਪਾਂ ਸਟੂਡੈਂਟ ਵੀਜ਼ੇ 'ਚ ਹੈਲਪ ਕਰਦੇ ਆ ਆਉਣ ਵਾਸਤੇ। ਹੁਣ ਸਤੰਬਰ ਸੈਸ਼ਨ ਵਾਸਤੇ ਵੀ ਕਾਫੀ ਕਾਲ ਜਾਂਦੀਆਂ, ਇਨਟੇਕ ਓਪਨ ਨੇ, ਜਾਂ ਡਿਪੈਂਡੈਂਟ ਸਪਾਊਸ ਓਪਨ ਵਰਕ ਪਰਮਿਟ ਆ, ਜਾਂ ਇੱਥੋਂ ਆਪਾਂ ਜਿਵੇਂ ਹੁਣ PGWP ਸਟੱਡੀ ਪੂਰੀ ਕਰਨ ਤੋਂ ਬਾਅਦ ਲੈਂਦੇ ਆ, ਉਹਦੇ 'ਚ ਕੋਈ ਹੈਲਪ ਦੀ ਲੋੜ ਆ, ਜਾਂ ਕਿਸੇ ਨੂੰ ਇਹ ਸਮਝ ਨਹੀਂ ਲੱਗਦੀ ਕਿਹੜੀ ਜੌਬ ਕਰੀਏ ਵਿਚ ਲੀਡਸ ਟੂ ਪਰਮਾਨੈਂਟ ਰੈਜ਼ੀਡੈਂਸੀ। ਸੋ ਗੱਲ ਕੀ ਵੀ ਕਾਫੀ ਕੁਛ ਆ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਬਿਜ਼ਨਸ ਕਲਾਸ, PNP, ਫੈਡਰਲ ਸਕਿਲਡ ਵਰਕਰ, ਕੈਨੇਡੀਅਨ ਐਕਸਪੀਰੀਅੰਸ ਕਲਾਸ। ਸੋ ਇਹ ਇਸ ਤਰ੍ਹਾਂ ਦੀਆਂ ਆਪਾਂ ਸਰਵਿਸ ਦਿੰਦੇ ਹਾਂ। ਦੂਸਰਾ ਜਿਹੜਾ ਮਿਲਣ ਦਾ ਸਮਾਂ ਤੁਸੀਂ ਦੱਸਿਆ, 10 ਵਜੇ ਤੋਂ ਲੈ ਕੇ 6:30 ਵਜੇ ਤੱਕ ਮੰਡੇ ਟੂ ਫਰਾਈਡੇ ਆਫਿਸ ਓਪਨ ਹੁੰਦਾ, ਸੈਟਰਡੇ ਦਿਨ 12 ਤੋਂ 5 ਵਜੇ ਤੱਕ ਆਫਿਸ ਓਪਨ ਹੁੰਦਾ। 3 ਲੋਕੇਸ਼ਨ ਨੇ ਆਪਣੀਆਂ ਇੱਥੇ, 1 ਇਨ ਬਰੈਂਪਟਨ 7900 ਹਰਨਟੈਰੀਓ ਸਟਰੀਟ ਸਵੀਟ ਨੰਬਰ 204 ਸਟੀਲਜ਼ ਐਂਡ ਹਰਨਟੈਰੀਓ ਦੇ ਲਾਗੇ, ਦੂਸਰੀ ਹੈਗੀ ਆਪਣੀ ਹੰਬਰ ਕਾਲਜ ਦੇ ਲਾਗੇ 19 ਵੁੱਡਬਾਈਨ ਡਾਊਨਜ਼ ਬੁਲੇਵਾਰਡ ਯੂਨਿਟ ਨੰਬਰ 216। ਤੀਜੀ ਲੋਕੇਸ਼ਨ ਆਪਣੀ ਸਕਾਰਬਰੋ ਦੇ ਵਿੱਚ ਆ 2100 ਐਲਸਮੀਅਰ ਡਰਾਈਵ ਯੂਨਿਟ ਨੰਬਰ 202। ਤਿੰਨਾਂ ਲੋਕੇਸ਼ਨਾਂ ਦਾ ਨੰਬਰ ਇੱਕੋ ਹੀ ਆ, ਸਕਰੀਨ ਤੇ ਵੀ ਆ ਰਿਹਾ ਤੇ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਦਿੰਦਾ, 905 497 4884 905 795 9999 ਜੀ। ਸੋ ਦੋਸਤੋ ਮਾਹਲ ਸਾਹਿਬ ਦਾ ਨੰਬਰ ਆ ਰਿਹਾ, ਕਿਸੇ ਵੀ
ਪ੍ਰਕਾਰ ਦੀਆਂ ਤੁਹਾਨੂੰ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੋਈ ਸੇਵਾਵਾਂ ਚਾਹੀਦੀਆਂ ਤੁਸੀਂ ਕਾਲ ਕਰ ਸਕਦੇ ਹੋ। ਪਰ ਅੱਜ ਵਿਸ਼ੇਸ਼ ਤੌਰ ਤੇ ਮਾਲ ਸਾਹਿਬ ਮੈਂ 3 ਚੀਜ਼ਾਂ ਨੂੰ ਲਿਆ ਹੈਗਾ ਹਨਾ, ਜੇ ਹਾਂਜੀ। ਆਪਾਂ ਨੂੰ ਸਮਾਂ ਮਿਲਿਆ ਉਹਦੇ ਵਿੱਚ ਕੋਈ ਜਿਹੜੀ ਕਰੰਟ ਤੁਹਾਨੂੰ ਲੱਗਦਾ ਕਿ ਇਹਦੀ ਜ਼ਰੂਰਤ ਆ ਉਹਨੂੰ ਵੀ ਆਪਾਂ ਐਡ ਅਪ ਕਰ ਲਾਂਗੇ। ਬਿਲਕੁਲ। ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਕਿ ਵਿਜ਼ਟਰ ਕਿਸੇ ਨੂੰ ਅਪਲਾਈ ਕਰਨਾ ਹੈ, ਹਾਂਜੀ ਕਈ ਵਾਰ ਅਸੀਂ ਕਹਿੰਦੇ ਜੀ ਐਪਲੀਕੇਸ਼ਨ ਭਰੋ ਜੀ, ਅਪਲਾਈ ਕਰਤਾ, ਵਿਆਹ ਦਾ ਕਾਰਡ ਲਾ ਦਿਓ, ਡੇਟ ਲਾਤੀ, ਹਾਂਜੀ। ਅਪਲਾਈ ਕਰਤਾ ਜੀ, ਚੱਕ ਦੋ ਫੱਟੇ। ਹਾਂਜੀ ਠੀਕ ਹੈ, ਸੋ ਕਿੰਨਾ ਕੁ ਸਮਾਂ ਲੱਗ ਰਿਹਾ, ਕਿਸ ਤਰ੍ਹਾਂ ਜਿਹੜੀ ਉਹ ਐਪਲੀਕੇਸ਼ਨ ਆ, ਮਤਲਬ ਇੱਥੋਂ ਜੇ ਕੋਈ ਆਪਾਂ ਸਪਾਂਸਰਸ਼ਿਪ ਭੇਜਦੇ ਆ, ਹਾਂਜੀ ਠੀਕ ਹੈ ਜੀ, ਉਹ ਕਿਸ ਤਰ੍ਹਾਂ ਦੀ ਤਿਆਰੀ ਹੋਣੀ ਚਾਹੀਦੀ ਆ? ਬਿਲਕੁਲ। ਜਿਵੇਂ ਹੁਣ ਵਿਜ਼ਟਰ ਕਿਸੇ ਨੇ ਆਉਣਾ, ਸਭ ਤੋਂ ਪਹਿਲਾਂ ਤਾਂ ਇੱਥੇ ਕੋਈ ਇਵੈਂਟ ਆ, ਜਿਵੇਂ ਹੁਣ ਤੁਸੀਂ ਦੱਸਿਆ ਵੈਡਿੰਗ ਦੇ ਜਾਂ ਹੋਰ ਓਕੇਜ਼ਨ ਬੜੇ ਆ ਰਹੇ ਨੇ, ਜਾਂ ਕਿਸੇ ਦੇ ਬਰਥਡੇ ਸੈਲੀਬ੍ਰੇਸ਼ਨਸ ਨੇ। ਮੈਂ ਪਿਛਲੇ ਦਿਨਾਂ 'ਚ 1-2 ਫੰਕਸ਼ਨਾਂ ਜਾਣ ਦਾ ਮੌਕਾ ਵੀ ਲੱਗਿਆ। ਜੀ। ਸਵੀਟ 16 ਸੈਲੀਬ੍ਰੇਟ ਕਰੇ ਜਾਂਦੇ ਨੇ, 25ਵੀਂ ਮੈਰਿਜ ਐਨਵਰਸਰੀ ਸੈਲੀਬ੍ਰੇਟ ਕਰੀ ਜਾਂਦੀ ਆ, 50ਵਾਂ ਬਰਥਡੇ ਸੈਲੀਬ੍ਰੇਟ ਕਰਿਆ ਜਾਂਦਾ, ਜਾਂ ਬੱਚਿਆਂ ਦੇ ਲਾ ਲਓ ਤੁਸੀਂ, ਛੋਟੇ ਬੱਚਿਆਂ ਦੇ ਵੀ ਬਰਥਡੇ ਸੈਲੀਬ੍ਰੇਟ ਕਰੇ ਜਾਂਦੇ ਨੇ। ਐਂਡ ਵੈਡਿੰਗ ਦੇ ਵੀ ਹੁਣ ਸੀਜ਼ਨ ਹੋ ਗਿਆ ਸ਼ੁਰੂ। ਕਿੰਨੇ ਹੁਣ ਆਪਾਂ ਦੇਖ ਰਹੇ ਹਾਂ ਈਵੈਂਟ ਹੋ ਰਹੇ ਨੇ, ਕੈਨੇਡਾ ਡੇ ਅੱਗੇ ਆਊਗਾ, ਜਾਂ ਹੁਣ ਆਪਣੇ ਜਿਹੜੇ ਆਰਟਿਸਟ ਦੇ ਵੀ ਹੁਣ ਮੈਂ ਦੇਖਿਆ ਵੀ ਕਾਫੀ ਪ੍ਰੋਗਰਾਮ ਆਉਣੇ ਸ਼ੁਰੂ ਹੋ ਗਏ ਨੇ। ਉਹ ਆਰਟਿਸਟ ਦੇ ਵੀਜ਼ਿਆਂ 'ਚ ਐਪਲੀਕੇਸ਼ਨਾਂ ਕੀਤੀਆਂ, ਹੈਲਪ ਕਾਫੀ ਆਪਾਂ ਜੀ। ਸੋ ਗੱਲ ਕੀ ਵੀ ਇਹ ਹੁੰਦਾ ਵੀ ਇੱਕ ਤਾਂ ਰੀਜ਼ਨ ਆਫ ਵਿਜ਼ਿਟ ਕੀ ਹੈ ਬੰਦੇ ਦਾ, ਕਿਉਂਕਿ ਜਦੋਂ ਆਪਾਂ ਦੇਖੀਦਾ ਕਿਸੇ ਦਾ ਰਿਫਿਊਜ਼ਲ ਲੈਟਰ ਦੇਖਦੇ ਆ, ਉੱਥੇ 2-3 ਰੀਜ਼ਨ ਲਿਖੇ ਹੁੰਦੇ ਨੇ ਵੀ ਅਫੀਸਰ ਇਜ਼ ਨਾਟ ਸੈਟੀਸਫਾਈਡ ਫਰੋਮ ਦਾ ਪਰਪਸ ਆਫ ਵਿਜ਼ਿਟ। ਜੀ। ਕਰਨ ਕੀ ਆਉਣਾ, ਜੇ ਆਪਾਂ ਉਹੀ ਕਹਿ ਦਿੰਦੇ ਜੀ ਘੁੰਮਣ ਫਿਰਨ ਆਉਣਾ, ਇਫ ਦਾ ਇੰਡੀਵਿਜੂਅਲ ਜਿਹੜਾ ਐਪਲੀਕੈਂਟ ਆ ਉਹ ਬਹੁਤ ਮੁਲਕਾਂ 'ਚ ਪਹਿਲਾਂ ਹੀ ਘੁੰਮਿਆ ਹੋਇਆ, ਫਿਰ ਤਾਂ ਚਲੋ ਮੰਨਿਆ ਵੀ ਉਹ 10-15 ਮੁਲਕਾਂ 'ਚ ਪਹਿਲਾਂ ਘੁੰਮ ਕੇ ਆ ਗਿਆ, ਹੁਣ ਉਹਨੇ ਕੈਨੇਡਾ ਟੂਰਿਸਟ ਦੇ ਤੌਰ ਤੇ ਜਾਂ ਵਿਜ਼ਿਟ ਕਰਨ ਆਉਣਾ ਹੈਗਾ। ਪਰਪਸ ਆਫ ਦਾ ਵਿਜ਼ਿਟ ਜ਼ਰੂਰ ਕੋਈ ਨਾ ਕੋਈ ਰੀਜ਼ਨ ਹੋਣਾ ਚਾਹੀਦਾ ਬੰਦੇ ਦਾ ਇੱਥੇ ਆਉਣ ਦਾ। ਜੇ ਕਈ ਲੋਕ ਆਪਾਂ ਲਿਖ ਦਿੰਦੇ ਆ ਜੀ ਉਹ ਘੁੰਮਣ ਫਿਰਨ ਵਾਸਤੇ ਬੁਲਾਇਆ ਸੀ, ਕਿ ਬਾਕੀ ਮੁਲਕਾਂ 'ਚ ਪਹਿਲਾਂ ਘੁੰਮ ਫਿਰ ਲਏ ਫਿਰ ਆਪਾਂ ਇੱਥੇ ਆਈਏ, ਠੀਕ ਹੈ। ਉਹਦੇ ਨਾਲ ਤੁਹਾਡੀ ਫਿਰ ਦੂਜਾ ਆ ਜਾਂਦਾ ਹੁੰਦਾ ਜੀ ਆਬਜੈਕਸ਼ਨ ਤੁਹਾਡਾ ਰਿਫਿਊਜ਼ਲ ਦਾ ਵੀ, ਟਰੈਵਲ ਹਿਸਟਰੀ। ਹੁਣ ਜਦੋਂ ਆਪਾਂ ਉਦਾਂ ਹੀ ਬੁਲਾ ਲੈਂਦੇ ਆ, ਫਿਰ ਅਗਲਾ ਕਹਿੰਦਾ ਵੀ ਕੀ ਟਰੈਵਲ ਹਿਸਟਰੀ ਤੁਹਾਡੀ ਹੈ ਨਹੀਂ ਗੀ, ਵੀ ਸੋ ਇਸ ਕਰਕੇ ਤੁਸੀਂ ਟਰਸਟ ਬਿਲਡ ਅਪ ਨਹੀਂ ਕਰ ਸਕੇ ਅਫੀਸਰ ਦੇ ਉੱਤੇ, ਵੀ ਤੁਸੀਂ ਵਾਪਸ ਮੁੜ ਕੇ ਜਾਓਗੇ। ਮੋਸਟਲੀ ਇਦਾਂ ਦੀਆਂ ਸੈਕਸ਼ਨ 179 ਦੇ ਵਿੱਚ ਐਪਲੀਕੇਸ਼ਨਾਂ ਰਿਫਿਊਜ਼ ਹੁੰਦੀਆਂ ਨੇ। ਥਰਡ ਆ ਜਾਂਦਾ ਤੁਹਾਡੇ ਫਾਈਨੈਂਸ਼ੀਅਲ ਸਟੇਟਸ, ਸਿਚੁਏਸ਼ਨ ਕੀ ਆ। ਕਈ ਵਾਰੀ ਕੀ ਹੁੰਦਾ ਬੈਕ ਹੋਮ ਆਪਾਂ ਛੋਟੇ ਛੋਟੇ ਬੱਚਿਆਂ ਦੇ, ਮੈਂ ਦੇਖਿਆ ਪਿਛਲੇ ਦਿਨਾਂ 'ਚ ਕਿਸੇ ਨੇ, ਚਲੋ ਆਪਾਂ ਨੂੰ ਸਾਰਿਆਂ ਨੂੰ ਚਾਹ ਹੁੰਦਾ ਹੀ ਆ, ਕਿਸੇ ਭੈਣ ਨੇ ਕਿਸੇ ਭਰਾ ਨੇ ਆਪਦੇ 17 ਸਾਲ ਦੇ ਭਰਾ ਦਾ ਜਾਂ 18 ਸਾਲ ਦੀ ਭੈਣ ਦਾ ਜਾਂ 21 ਸਾਲ ਦਾ ਹੂ ਇਜ਼ ਇਨ ਕਾਲਜ ਜਾਂ ਜੇ ਜਸਟ ਸਕੂਲਿੰਗ ਪਾਸ ਹੋ ਕੇ ਹਟਿਆ, ਉਹਦਾ ਵਿਜ਼ਟਰ ਵੀਜ਼ਾ ਟਰਾਈ ਕਰ ਲਿਆ। ਉਹਦੇ ਨਾਲ ਅਸੀਂ ਆਪਣੇ ਤੇ ਇਲਜ਼ਾਮ ਜਿਹਾ ਲਵਾਇਆ ਬੈਠਦੇ ਹਾਂ ਇੱਕ ਕਿਸਮ ਦਾ ਵੀ ਪਹਿਲਾਂ ਰਿਫਿਊਜ਼ ਹੋਇਆ ਹੋਇਆ ਜੀ। ਕਿਉਂਕਿ ਜਦੋਂ ਕੋਈ ਪ੍ਰੋਪਰ ਉਸ ਬੰਦੇ ਦੇ ਨਾਂ ਤੇ ਕੋਈ ਪਿੱਛੇ ਐਸੈਟ ਨਹੀਂ ਹੈਗੇ, ਉਸ ਬੰਦੇ ਦੇ ਨਾਲ ਦਾ ਕੋਈ ਰੀਜ਼ਨ ਟੂ ਗੋ ਬੈਕ ਨਹੀਂ ਹੈਗਾ, ਉਹਦੇ ਨਾਮ ਦਾ ਕੋਈ ਮੈਂ ਕਹੂੰਗਾ ਕੋਈ ਜੌਬ ਜਾਂ ਬਿਜ਼ਨਸ ਨਹੀਂ ਹੈਗਾ, ਜਾਂ ਤਾਂ ਉਹ ਕਿਸੇ ਫੈਮਿਲੀ ਦੇ ਨਾਲ ਵੱਡਿਆਂ ਦੇ ਨਾਲ ਐਜ਼ ਅ ਡਿਪੈਂਡੈਂਟ ਆਵੇ। ਠੀਕ ਹੈ। ਜਿਵੇਂ ਹੁਣ ਸਪੋਜ਼ ਕੋਈ ਫੈਮਿਲੀ ਆ ਰਹੀ ਹੈ, ਜਿਵੇਂ ਹੁਣ ਇਹਨਾਂ ਦਿਨਾਂ 'ਚ ਕੱਲ ਪਰਸੋਂ ਆ 2-3 ਦਿਨ ਤੋਂ ਲਗਾਤਾਰ ਇਦਾਂ ਦੇ ਜਿਹੜੇ ਸਪਾਂਸਰ ਲੋਕ ਆ ਰਹੇ ਨੇ ਵੀ, ਜਿਵੇਂ ਹੁਣ ਕਨਵੋਕੇਸ਼ਨ ਆ ਰਹੀਆਂ ਨੇ ਜੂਨ ਦੇ ਵਿੱਚ ਜਾਂ ਅੱਗੇ ਜਾ ਕੇ ਨਵੰਬਰ 'ਚ। ਜੀ। ਜਦੋਂ ਨਾਰਮਲ ਹਾਲਾਤ ਹੁੰਦੇ ਸੀ ਉਦੋਂ ਬਹੁਤ ਸਕਸੈਸਫੁਲ ਰੇਟ ਰਿਹਾ ਪੇਰੈਂਟਸ ਦੇ ਵਿਜ਼ਟਰ ਵੀਜ਼ਿਆਂ ਦਾ ਟੂ ਅਟੈਂਡ ਕਨਵੋਕੇਸ਼ਨ, ਕਿਉਂਕਿ ਬੱਚਾ ਇੱਥੇ ਪੜ੍ਹਨ ਆਇਆ, ਉਹਦੇ 'ਚ ਲਾਈਫ ਟਾਈਮ ਅਚੀਵਮੈਂਟ ਆ ਉਹ, ਜਿਹੜੀ ਗ੍ਰੈਜੂਏਸ਼ਨ ਹੋਣੀ ਹੁੰਦੀ ਆ ਪ੍ਰੋਪਰ। ਹਰ ਪੇਰੈਂਟ ਨੂੰ ਇੱਕ ਚਾਹ ਹੁੰਦਾ, ਇੱਕ ਪ੍ਰਾਊਡ ਵੀ ਹੁੰਦਾ ਵੀ ਉਹਨਾਂ ਦਾ ਬੱਚਾ ਗ੍ਰੈਜੂਏਟ ਹੋਇਆ, ਸਟੱਡੀ ਕੰਪਲੀਟ ਕੀਤੀ ਹੈ, ਸਟੇਜ ਤੇ ਚੜ੍ਹ ਕੇ ਹੁਣ ਉਹ ਪ੍ਰੋਪਰ ਜਿਹੜੇ ਅਟਾਇਰ ਉਹਨਾਂ ਦਾ ਪਾ ਕੇ ਸਟੇਜ ਤੇ ਚੜ੍ਹ ਕੇ ਇੱਕ ਅਵਾਰਡ ਲੈਣਾ, ਤੇ ਉਹਦੇ ਲਈ ਇੱਕ ਬਹੁਤ ਹੀ ਪ੍ਰਾਊਡ ਮੂਮੈਂਟ ਹੁੰਦਾ ਫਾਰ ਦਾ ਪੇਰੈਂਟਸ ਟੂ ਅਟੈਂਡ ਦੈਟ ਕਨਵੋਕੇਸ਼ਨ। ਉਹ 'ਚ ਬੜੀ ਲੀਨੀਅੰਸੀ ਵੀ ਹੁੰਦੀ ਸੀ, ਜੇ ਤੁਹਾਡੇ ਕੋਲ ਫੰਡ ਵੀ ਥੋੜੇ ਨੇ ਤਾਂ ਵੀ ਤੁਸੀਂ ਆ ਸਕਦੇ ਹੋ, ਟਾਈਜ਼ ਹੈਗੀਆਂ ਤੁਹਾਡੀਆਂ ਇੱਥੇ, ਬੈਕ ਹੋਮ ਟਾਈਜ਼ ਹੈਗੀਆਂ ਨੇ, ਸੋ ਉਹਦੇ 'ਚ ਸਕਸੈਸ ਰੇਟ ਸੀ। ਉਹਨਾਂ ਨਾਲ ਭੈਣ ਭਰਾ ਜਾਂ ਛੋਟੇ ਬੱਚੇ ਵੀ ਆਉਂਦੇ ਹੁੰਦੇ ਸੀ ਜੀ। ਸੋ ਇਸ ਤਰੀਕੇ ਨਾਲ ਹੁਣ ਵੀ ਰੁਝਾਨ ਸ਼ੁਰੂ ਹੋ ਗਿਆ, ਹੁਣ ਵੀ ਜਿਵੇਂ ਫੰਕਸ਼ਨ ਸ਼ੁਰੂ ਹੋ ਚੁੱਕੇ ਨੇ, ਇਵੈਂਟ ਸ਼ੁਰੂ ਹੋ ਗਏ ਨੇ, ਪਰ ਫਿਰ ਵੀ ਜੇ ਕਿਸੇ ਨੇ ਵੀ ਭੈਣ ਭਰਾ ਨੇ ਆਪਣੇ ਕਿਸੇ ਇਵੈਂਟ ਵਾਸਤੇ, ਕੋਈ ਵੀ ਇਵੈਂਟ ਆ ਰਿਹਾ, ਜਿਵੇਂ ਕਨਵੋਕੇਸ਼ਨ ਆ ਗਈ ਆ, ਮੈਰਿਜ ਆ, ਵਿਆਹ ਸ਼ਾਦੀ ਦਾ ਪ੍ਰੋਗਰਾਮ ਆ, ਅੰਗੇਜਮੈਂਟ ਆ, ਬਰਥਡੇ ਆ, ਕਿਸੇ ਨੂੰ ਵੀ ਕਿਸੇ ਕਿਸਮ ਦਾ ਪ੍ਰੋਗਰਾਮ ਦੀ ਕੋਈ ਇਨਵੀਟੇਸ਼ਨ ਹੈ, ਤਾਂ ਉਹ ਆਪਣਾ ਬੈਕ ਹੋਮ ਦਾ ਪ੍ਰੋਫਾਈਲ ਤੇ ਇੱਥੋਂ ਦਾ ਪ੍ਰੋਫਾਈਲ ਡਿਸਕਸ ਕਰਕੇ ਆਪਣੇ ਨਾਲ ਵਿਜ਼ਿਟ ਕਰ ਸਕਦੇ ਨੇ। ਜੇ ਕੋਈ ਕਮੀ ਪੇਸ਼ੀ ਹੋਊਗਾ ਉਹਨਾਂ ਨੂੰ ਗਾਈਡ ਕਰ ਦਿੱਤਾ ਜਾਊਗਾ ਵੀ ਤੁਸੀਂ ਇਸ ਚੀਜ਼ ਥੋੜੇ ਜਿਹੀ ਇੰਪਰੂਵਮੈਂਟ ਕਰ ਲਓ। ਓਕੇ, ਸੋ ਫੀਸ ਵਗੈਰਾ ਜੇ ਤੁਹਾਨੂੰ ਕੋਈ ਮਿਲਦਾ, ਕਈ ਵਾਰ ਆਪਾਂ ਡਰ ਜਾਂਦੇ ਆ ਕਿ ਫੀਸ ਬਹੁਤ ਜ਼ਿਆਦਾ ਰੱਖੀ ਹੈ, ਕੋਈ ਮਿਨੀਮਮ ਫੀਸ? ਨਹੀਂ, ਮਿਨੀਮਮ ਫੀਸ ਫਸਟ ਕੰਸਲਟੈਂਸੀ ਇਜ਼ ਆਲਵੇਜ਼ ਫ੍ਰੀ। ਠੀਕ ਹੈ। ਹਰੇਕ ਬੰਦੇ ਦਾ ਆਪਣਾ ਆਪਣਾ ਕੰਮ ਕਰਨ ਦਾ ਤਰੀਕਾ, ਕਿਸੇ ਨੇ ਰੱਖੀ ਹੋਈ, ਕਿਸੇ ਨੇ ਨਹੀਂ ਰੱਖੀ ਹੋਈ, ਪਰ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਨੇ ਫਰੋਮ ਦਾ ਡੇ 1 ਜਦੋਂ ਤੋਂ ਅਸੀਂ ਬਿਜ਼ਨਸ 'ਚ, ਅਸੀਂ ਕਦੇ ਵੀ ਕੰਸਲਟੈਂਸੀ ਫੀਸ ਨਹੀਂ ਰੱਖੀ। ਚਾਹੇ 10 ਵਾਰੀ ਮਿਲ ਕੇ ਗਿਆ ਬੰਦਾ,
ਉਸ ਤੋਂ ਬਾਅਦ ਜਦੋਂ ਤੱਕ ਅਸੀਂ ਉਹਦਾ ਕੰਮ ਸਟਾਰਟ ਨਹੀਂ ਕਰ ਲੈਂਦੇ ਉਦੋਂ ਤੱਕ ਅਸੀਂ ਉਹ ਤੋਂ ਕੋਈ ਫੀਸ ਨਹੀਂ ਲੈਂਦੇ। ਫਿਰ ਵੀ ਸਟਾਰਟ ਕਰਨ ਤੋਂ ਪਹਿਲਾਂ ਦੱਸਿਆ ਜਾਊਗਾ ਜੀ ਵੀ ਜੇ ਉਹਨਾਂ ਨੂੰ ਸੂਟ ਕਰਦੀ ਹੋਊਗੀ ਤਾਂ ਹੀ ਪ੍ਰੋਸੀਡ ਕਰਾਂਗੇ, ਨਹੀਂ ਕੋਈ ਗੱਲ ਨਹੀਂ, ਉਹ ਸਾਤੋਂ ਸਮਝ ਕੇ ਚਲੇਗਾ, ਦੈਟਸ ਓਕੇ। ਵੈਰੀ ਗੁੱਡ। ਹਾਂਜੀ। ਸੋ ਇੱਕ ਬਹੁਤ ਵਧੀਆ ਚੀਜ਼ ਹੈਗੀ ਹੈ ਦੋਸਤੋ, ਤੁਸੀਂ ਕਿਸੇ ਨੂੰ ਅਪਲਾਈ ਕਰਨਾ ਨਾ ਇੰਡੀਆ ਤੋਂ, ਕਿਸੇ ਨੂੰ ਵੀ ਕਰਨਾ ਹੈ, ਕਿਸ ਤਰ੍ਹਾਂ ਦੀ ਤੁਹਾਨੂੰ ਐਡਵਾਈਸ ਚਾਹੀਦੀ ਹੈ, ਕਿਹੜੇ ਪੇਪਰ ਚਾਹੀਦੇ ਆ, ਜ਼ਰੂਰ ਤੁਸੀਂ ਜਿਹੜੀ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਆ, ਸਕਰੀਨ ਤੇ ਨੰਬਰ ਆ ਰਿਹਾ, ਇੱਥੇ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਮਲ ਸਾਹਿਬ, ਮੈਨੂੰ ਤਾਂ ਗਰਮੀ ਆ, ਹਜੇ ਤਾਂ ਲੋਕ ਸ਼ਾਇਦ ਘੱਟ, ਮੈਨੂੰ ਲੱਗਦਾ ਵਿਆਹ ਕਰਾਉਣ ਲਈ ਤਾਂ ਘੱਟ ਹੀ ਜਾਣਗੇ, ਸ਼ਾਪਿੰਗ ਲਈ ਜਾ ਰਹੇ ਆ, ਕਿਉਂਕਿ ਹੁਣ ਵਿਆਹਾਂ ਦਾ ਸੀਜ਼ਨ ਇੱਧਰ ਆ। ਹਾਂਜੀ। ਚਲੋ ਹੁਣ ਇੱਧਰ ਆ, ਤੇ ਇਸ ਤੋਂ ਇਹ ਮੈਨੂੰ ਲੱਗਦਾ ਹਜੇ ਛੱਡ ਦਈਏ, ਇਹ ਹਜੇ ਵਿਆਹ ਕਰਾਉਣ ਲਈ ਨਹੀਂ ਜਾਣਾਗਾ ਨਾ, ਇਹਨੂੰ ਸਕੈਪ ਕਰੋ ਜੀ। ਅੱਛਾ ਜੀ। ਸਕੈਪ ਕਰੋ, ਇਹ ਵਿਸ਼ਾ ਨਹੀਂ ਬਣਦਾ ਹਜੇ, ਇਹ ਆਪਾਂ ਅੱਗੇ ਜਾ ਕੇ ਕਰਾਂਗੇ ਜਦੋਂ ਵਿਆਹਾਂ ਦਾ ਸੀਜ਼ਨ ਹੁੰਦਾ ਹੈ ਨਾ। ਹੁਣ ਤਾਂ ਉੱਥੇ ਕਹਿੰਦੇ ਹੁੰਦੇ ਯਾਰ ਗਰਮੀ ਨੇ ਵੱਟ ਕੱਢੇ ਪਏ ਆ, ਹੈਨਾ। ਓਕੇ, ਸੋ ਅਗਲਾ ਆਪਾਂ ਸੀਗਾ ਕਿ ਪੇਰੈਂਟਸ ਦਾ, ਹਾਂਜੀ, ਹੈਨਾ। ਇਹ ਇੱਕ ਕਾਫੀ ਲੋਕਾਂ ਦੀ ਮਤਲਬ ਉਹ ਔਖੇ ਆ ਸਰਕਾਰ ਤੇ, ਕਿ ਕਈ ਲੋਕਾਂ ਨੂੰ ਤਾਂ ਮਤਲਬ 4-4 ਸਾਲ ਹੋ ਗਏ ਵੇਟ ਕਰਦਿਆਂ ਨੂੰ, 5-5 ਸਾਲ ਹੋ ਗਏ। ਹਾਂਜੀ, ਠੀਕ ਹੈ ਜੀ। ਔਰ ਕੁਛ ਆ ਪਹਿਲੀ ਵਾਰ ਨੰਬਰ ਲੱਗ ਗਿਆ, ਕਿਉਂਕਿ ਲੱਕੀ ਡਰਾ ਹੀ ਕਿਹਾ ਗਿਆ, ਤੇ ਡਰਾ ਦਾ ਫਿਰ ਇਹ ਹੈ ਜੀ ਜਿਹੜਾ ਲੱਕੀ ਪਰਸਨ ਉਹਦਾ ਡਰਾ ਨਿਕਲਿਆ ਹੈ ਨਾ। ਸੋ ਇਹ ਡਰਾ ਵਗੈਰਾ ਦੀ ਕੋਈ ਡੇਟ ਜਾਂ ਇਹ ਨਾ ਹੋਵੇ ਕਿ ਪਹਿਲਾਂ ਬੰਦਾ ਤਿਆਰੀ ਕਰਕੇ ਰੱਖੇ, ਹੈਨਾ। ਇਸ ਬਾਰੇ ਮੈਨੂੰ ਜਾਣਕਾਰੀ ਦਿਓ। ਹਾਂਜੀ। ਇਹ 'ਚ ਕੀ ਹੁੰਦਾ ਬਰਾੜ ਸਾਹਿਬ, ਜਿਵੇਂ ਹੁਣ ਹਰ ਵਾਰੀ ਗਵਰਨਮੈਂਟ ਅਨਾਉਂਸ ਕਰਦੀ ਹੈ, ਡਿਫਰੈਂਟ ਪ੍ਰੋਗਰਾਮ ਹੁੰਦੇ ਨੇ। ਕਿਸੇ ਟਾਈਮ ਹੁੰਦਾ ਸੀ ਫਸਟ ਕਮ ਸਰਵ ਬੇਸ ਦੇ ਉੱਤੇ, ਵੀ ਜਿਹੜਾ ਬੰਦਾ ਪਾ ਗਿਆ ਐਪਲੀਕੇਸ਼ਨ ਪਾ ਗਿਆ, ਬਾਕੀ ਰਹਿ ਗਏ, ਉਹ 'ਚ ਤਾਂ ਕਈ ਵਾਰੀ 5 ਤੋਂ 7 ਮਿੰਟਾਂ ਦੇ ਵਿੱਚ ਹੀ ਭਰ ਜਾਂਦਾ ਹੁੰਦਾ ਸੀ। ਠੀਕ ਹੈ। ਫਿਰ ਹੋ ਗਿਆ ਵੀ ਅਪਰਚੁਨਿਟੀ ਸਾਰਿਆਂ ਨੂੰ ਦਿੱਤੀ ਗਈ, ਵੀ ਉਹ 'ਚੋਂ ਜਿਵੇਂ ਹੁਣ 2 ਸਾਲ ਲਗਾਤਾਰ ਇਹੀ ਚੱਲਦਾ ਰਿਹਾ ਹੈਗਾ, ਵੀ ਅਪਰਚੁਨਿਟੀ ਸਾਰਿਆਂ ਨੂੰ ਦਿੱਤੀ ਗਈ। ਤੁਸੀਂ ਵੀ ਐਪਲੀਕੇਸ਼ਨ ਇਨ ਡਰਾ 'ਚ ਪਾਈ, ਐਕਸਪ੍ਰੈਸ਼ਨ ਆਫ ਇੰਟਰਸਟ ਕਹਿੰਦੇ ਆਪਾਂ ਇਹਨੂੰ, ਮੈਂ ਵੀ ਪਾਈ, ਤੁਹਾਡਾ ਨਿਕਲਿਆ, ਮੈਂ ਰਹਿ ਗਿਆ। ਪਰ ਮੈਂ ਇਸ ਕਰਕੇ ਨਾਰਾਜ਼ ਹਾਂ, ਤੁਸੀਂ ਤਾਂ 2-3 ਸਾਲ ਹੋਏ ਨੇ ਆਇਆ ਨੂੰ, ਤੁਹਾਡੀ ਇਨਕਮ ਵੀ ਮਸਾਂ ਹੀ ਬਣਦੀ ਆ, ਤੇ ਮੈਨੂੰ 15 ਸਾਲ ਹੋ ਗਏ ਰਿਟਰਨ ਭਰਦੇ ਨੂੰ, ਇਨਕਮ ਟੈਕਸ ਭਰਦੇ ਨੂੰ, ਵੀ ਮੈਂ ਆਪਣੇ ਪੇਰੈਂਟਸ ਨੂੰ ਬੁਲਾਉਣਾ, ਮੇਰਾ ਆਇਆ ਨਹੀਂ। ਸੋ ਇਹ ਸਾਰੇ ਕ੍ਰਾਈਟੇਰੀਆ ਤੋਂ ਬਹੁਤ ਸਾਰੇ ਲੋਕ ਅਨਹੈਪੀ ਹੀ ਨੇ। ਇਹਦੇ ਵਾਸਤੇ ਬੜੀਆਂ ਪ੍ਰਪੋਜ਼ਲ ਭੇਜੀਆਂ ਗਈਆਂ ਨੇ ਵੀ ਤੁਸੀਂ ਥੋੜਾ ਜਿਹਾ ਮੈਥਡ ਚੇਂਜ ਕਰੋ ਜਾਂ ਕੁਝ ਹੋਰ ਕਰੋ। ਈਮੇਲ ਰਾਹੀਂ ਆਪਾਂ ਇਨਫੋਰਮ ਕਰਦੇ ਹਾਂ ਜਾਂ ਆਪਣੀ ਗੱਲ ਕਹਿ ਸਕਦੇ ਹਾਂ। ਸੋ ਇਸ ਸਾਲ ਦਾ ਅਜੇ ਤੱਕ ਕੋਈ ਮੈਥਡ ਨਹੀਂ ਆਇਆ, ਪਰ ਫਿਰ ਵੀ ਤਿਆਰੀਆਂ ਦੇ ਵਿੱਚ ਕੀ ਇਨਵੋਲਵ ਆ, ਆਪਾਂ ਨੂੰ ਪਿਛਲੇ 3 ਸਾਲਾਂ ਦੀ ਇਨਕਮ ਜ਼ਰੂਰੀ ਹੁੰਦੀ ਆ, 2021, 2020 ਤੇ 2019। ਹਾਂ, ਆਪਣਾ ਫੈਮਿਲੀ ਸਾਈਜ਼ ਦੱਸ ਕੇ, ਇਹਨਾਂ ਦਿਨਾਂ 'ਚ ਟੈਕਸ ਰਿਟਰਨ ਦਾ ਵੀ ਸੀਜ਼ਨ ਹੈਗਾ, ਲੋਕ ਫਾਈਲਾਂ ਆਪਣੀਆਂ ਲਾ ਰਹੇ ਨੇ ਇਨਕਮ ਟੈਕਸ ਦੀਆਂ ਵੀ, ਅਸੀਂ ਕਿੰਨੀ ਭਰਨੀ ਆ। ਪਰ ਜੇ ਤੁਸੀਂ ਮੈਨੂੰ ਓਨੈਸਟਲੀ ਪੁੱਛੋ ਤਾਂ ਵੈਬਸਾਈਟ ਦੇ ਉੱਪਰ 2021 ਦਾ ਅਜੇ ਤੱਕ ਟੈਕਸ ਰਿਟਰਨ ਦਾ ਟੇਬਲ ਨਹੀਂ ਆਇਆ ਵੀ ਤੁਹਾਡੀ ਕਿੰਨੀ ਇਨਕਮ ਫੈਮਿਲੀ ਸਾਈਜ਼ ਦੇ ਮੁਤਾਬਕ ਚਾਹੀਦੀ ਆ। ਪਰ ਵੀ ਆਰ ਐਸਟੀਮੇਟਿੰਗ ਵੀ ਜਿੰਨਾ ਕਿ 2020 ਦੇ ਵਿੱਚ ਸੀ, ਥੋੜਾ ਜਿਹਾ ਉਸ ਤੋਂ, ਜਿਵੇਂ ਹਰ ਸਾਲ 3-4% ਵਾਧਾ ਹੁੰਦਾ, ਉਸ ਹਿਸਾਬ ਨਾਲ ਵੱਧ ਜਾਊਗਾ। ਸੋ ਫਿਰ ਵੀ ਜੇ ਤੁਸੀਂ ਆਪਣਾ ਫੈਮਿਲੀ ਸਾਈਜ਼ ਦੱਸ ਕੇ ਸਾਡੇ ਆਫਿਸ 'ਚ ਗੱਲਬਾਤ ਕਰਨੀ ਹੈ ਵੀ ਸਾਨੂੰ 3 ਸਾਲਾਂ ਦਾ ਕਿੰਨੀ ਇਨਕਮ ਚਾਹੀਦੀ ਆ, 2 ਮੈਂਬਰਾਂ ਵਾਸਤੇ ਬੁਲਾਉਣਾ, 3 ਮੈਂਬਰਾਂ ਨੂੰ ਬੁਲਾਉਣਾ, ਤੁਸੀਂ 4 ਇੱਥੇ ਹੋ, 2 ਨੂੰ ਬੁਲਾਉਣਾ, ਫਿਰ ਤੁਹਾਨੂੰ 3 ਸਾਲਾਂ ਦਾ ਦੱਸ ਦਿੱਤਾ ਜਾਊਗਾ ਵੀ ਕਿੰਨੀ ਇਨਕਮ ਆ। ਇਹ ਇੱਕ ਮੇਨ ਪ੍ਰੈਪਰੇਸ਼ਨ ਆ। ਦੂਸਰਾ ਹੋਊਗਾ ਵੀ ਜਿਵੇਂ ਹੁਣ ਜਿਹੜੇ ਐਪਲੀਕੈਂਟ ਹੈਗੇ ਨੇ ਜਿਨ੍ਹਾਂ ਨੂੰ ਬੁਲਾਉਣਾ, ਉਹਨਾਂ ਦੇ ਪਾਸਪੋਰਟ ਦੀਆਂ ਕਾਪੀਆਂ ਵਗੈਰਾ ਜਾਂ ਕੋਈ ਇਨਫੋਰਮੇਸ਼ਨ ਹੋਰ ਇੱਥੋਂ ਦੀ, ਉਹ ਸਾਰੀ ਚੀਜ਼ ਹੋਊਗੀ। ਜੇ ਐਕਸਪ੍ਰੈਸ਼ਨ ਆਫ ਇੰਟਰਸਟ ਵਾਲਾ ਸੇਮ ਪ੍ਰੋਗਰਾਮ ਹੀ ਆਇਆ, ਅਸੀਂ ਪਿਛਲੇ ਸਾਲ ਵੀ ਕਾਫੀ ਐਪਲੀਕੇਸ਼ਨਾਂ ਕਰਨ ਦੀ ਅਪਰਚੁਨਿਟੀ ਮਿਲੀ ਸਾਨੂੰ ਜੀ, ਤੇ ਉਸ ਤੋਂ ਪਿਛਲੇ ਸਾਲ ਵੀ ਗਵਰਨਮੈਂਟ ਵੱਲੋਂ ਉਸ ਤੋਂ ਪਿਛਲੇ ਸਾਲ 10,000 ਦਾ ਟੀਚਾ ਦਿੱਤਾ ਗਿਆ ਸੀ, ਤੇ ਪਿਛਲੇ ਸਾਲ ਉਹਨਾਂ ਡਰਾ ਦੇ ਵਿੱਚੋਂ 30,000 ਇਨਵੀਟੇਸ਼ਨ ਆਏ ਸੀ। ਜੇ 30,000 ਦੀ ਗੱਲ ਕਰ ਲਈ ਜਾਵੇ ਐਪਲੀਕੇਸ਼ਨਾਂ, ਤਾਂ ਮੈਂ ਸਮਝੂੰਗਾ ਵੀ ਉਹ 80-90,000 ਟੋਟਲ ਐਪਲੀਕੇਸ਼ਨ ਜਿਹੜੀਆਂ ਟੋਟਲ ਐਪਲੀਕੈਂਟ ਆਏ ਨੇ। ਕਿਉਂਕਿ ਜੇ ਇੱਕ ਐਪਲੀਕੇਸ਼ਨ ਨਾਲ ਸਮਟਾਈਮਸ 2 ਪੇਰੈਂਟਸ ਤਾਂ ਹੁੰਦੇ ਹੀ ਨੇ, ਕਈ ਵਾਰੀ ਪੇਰੈਂਟਸ ਦੇ ਨਾਲ ਤੀਜਾ ਪਰਸਨ ਡਿਪੈਂਡੈਂਟ ਵੀ ਹੁੰਦਾ ਹੈਗਾ। ਉਹਦੇ ਵਾਸਤੇ ਫਿਰ ਵੀ ਜੇ ਕਿਸੇ ਨੇ ਸਲਾਹ ਮਸ਼ਵਰਾ ਕਰਨਾ, ਤੁਸੀਂ ਸਾਡੀ ਕੰਪਨੀ ਦੇ ਉੱਤੇ ਫੋਨ ਨੰਬਰ ਦੇ ਉੱਤੇ ਫੋਨ ਕਰਕੇ ਮੈਨੂੰ ਜਾਂ ਮਿਸਟਰ ਸੰਜੇ ਸ਼ਰਮਾ ਨੂੰ, ਮੇਰੀ ਐਕਸਟੈਂਸ਼ਨ 107 ਨੰਬਰ ਆ, ਅਪਾਇੰਟਮੈਂਟ ਬੁੱਕ ਕਰਾਉਣ ਵਾਸਤੇ ਐਕਸਟੈਂਸ਼ਨ ਨੰਬਰ 101, ਜੇ ਡਿਟੇਲਸ ਸਮਝਣਾ। ਬਾਕੀ ਹੋਰ ਪ੍ਰੋਗਰਾਮ ਬਹੁਤ ਨੇ ਇਮੀਗ੍ਰੇਸ਼ਨ ਦੇ, ਜੇ ਕਿਸੇ ਨੇ ਵੀ ਬਾਕੀ ਕੈਟਾਗਰੀ ਦੇ ਬਾਰੇ 'ਚ ਵੀ ਗੱਲ ਕਰਨੀ ਆ ਤਾਂ ਵੀ ਤੁਸੀਂ ਆਫਿਸ ਦੇ ਨੰਬਰ ਤੇ ਫੋਨ ਕਰਕੇ ਜਾਂ ਇਨਫੋਰਮੇਸ਼ਨ ਲੈਣੀ ਆ ਫੋਨ ਕਰਕੇ ਲੈ ਸਕਦੇ ਹੋ। ਜੇ ਅਪਾਇੰਟਮੈਂਟ ਬਣਾਉਣੀ ਆ ਤਾਂ 101 ਨੰਬਰ ਐਕਸਟੈਂਸ਼ਨ ਤੇ ਅਪਾਇੰਟਮੈਂਟ ਕੈਲੰਡਰ 'ਚ ਬਣਾ ਕੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਜੀ 1 to 1। ਆਪਣੇ ਕੋਲੇ ਮਿੰਟ ਪਏ ਆ ਜੀ 5 ਤੋਂ 7। ਠੀਕ ਹੈ ਜੀ। ਹੁਣ ਮੈਂ ਚਾਹੂੰਗਾ ਕਿ ਚਲੋ ਮੇਰੇ ਮਨ 'ਚ ਜਿਹੜੇ ਇੱਕ ਸਵਾਲ ਆ ਗਿਆ, ਪਹਿਲਾਂ ਜੀ ਆਪਾਂ ਕੋਈ ਕਾਲ ਆਈ ਹੈ ਉਹਨੂੰ ਲੈ ਲਈਏ, ਫਿਰ ਉਸ ਤੋਂ ਬਾਅਦ ਜੋ ਬਾਅਦ 'ਚ ਗੱਲ ਕਰਦਾ ਜੀ ਮੈਂ ਤੁਹਾਡੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਬਰਾੜ ਸਾਹਿਬ। ਜੀ ਆਇਆਂ ਨੂੰ ਵੀਰ ਜੀ, ਜੀ ਆਇਆਂ ਨੂੰ। ਕੋਈ ਸਵਾਲ ਤੁਹਾਡਾ? ਹਾਂਜੀ, ਮੈਂ ਨਾ ਮਾਲ ਸਾਹਿਬ ਨਾਲ ਆਹੀ ਪੁੱਛਣਾ, ਛੋਟਾ ਜਿਹਾ ਕੁਐਸਚਨ ਹੈ ਕਿ
ਜਿਹੜੇ ਤੁਸੀਂ 3 ਸਾਲ ਕਹੇ ਆ ਇਨਕਮ ਦੇ ਜਾਨੀ ਬੱਚਿਆਂ ਦੇ ਜੀ ਹੈ, ਤੇ ਉਹ ਨਾ ਪੀਆਰ ਮਿਲਣ ਤੋਂ ਬਾਅਦ ਜਾਂ ਵਰਕ ਪਰਮਿਟ ਬਣਨ ਤੋਂ ਬਾਅਦ 3 ਸਾਲ ਦੀ ਇਨਕਮ ਗਿਣਦੇ ਆ। ਓਕੇ, ਠੀਕ ਹੈ। ਸੋ ਯਾਨੀ ਜਦੋਂ ਅਪਲਾਈ ਕਰ ਦੋ, ਕਿਉਂਕਿ ਠੀਕ ਨਾ ਹੈ, ਉਹਨੂੰ- ਠੀਕ ਹੈ। ਕਿਉਂਕਿ 2-3 ਸਾਲ ਤਾਂ ਪੜ੍ਹਾਈ ਨੂੰ ਲੱਗ ਜਾਣੇ ਆ, ਉਹਦੇ ਬਾਅਦ ਆਪਣੇ ਵਰਕ ਪਰਮਿਟ ਨੂੰ, ਉਹਦੇ ਬਾਅਦ ਪੀਆਰ ਮਿਲਣ ਨੂੰ, ਉਹਦੇ ਬਾਅਦ 3 ਸਾਲ, ਤਾਂ 8-9 ਸਾਲ, ਟੋਟਲ 10 ਸਾਲ ਬਣ ਗਏ। ਕਹਿਣ ਦਾ ਮਤਲਬ ਹੈ ਵਰਕ ਪਰਮਿਟ ਮਿਲਣ ਤੋਂ ਬਾਅਦ 3 ਸਾਲ ਦੀ ਇਨਕਮ ਦੇਖਦੇ ਜਾਂ ਪੀਆਰ ਮਿਲਣ ਤੋਂ ਬਾਅਦ। ਥੈਂਕ ਯੂ। ਚਲੋ Okay. ਇਹ ਲੈਨੇ ਮਲ ਸਾਹਿਬ, ਇਹਨੂੰ ਨੋਟ ਕਰੋ, ਇੱਕ ਗੱਲ ਨਾਲ ਹੀ ਲੈ ਲਈਏ, ਫਿਰ ਇਕੱਠੀਆਂ ਹੀ ਦੋ ਗੱਲਾਂ ਕਰ ਲਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਭੈਣ ਜੀ, ਜੀ ਆਇਆਂ ਨੂੰ ਜੀ। ਹਾਂਜੀ, ਮੇਰਾ ਜੀ ਇਹ ਸਵਾਲ ਆ ਵੀ ਸਰਵਿਸ ਤੁਹਾਡੀ ਨੋਟਪੈਡ ਬਹੁਤ ਵਧੀਆ ਹੈ, ਕਿਉਂਕਿ ਮੈਂ ਸੁਪਰਵਾਈਜ਼ਰ ਤੇ ਵੀ ਤੁਹਾਡੇ ਕੋਲੋਂ ਹੀ ਆਈ ਹੋਈ ਆ, ਮੇਰਾ ਬੇਟਾ ਵੀ ਤੁਹਾਡੇ ਤੋਂ ਕਲੀਅਰ ਹੋਇਆ ਆ, ਕਾਫੀ ਤੁਹਾਡੇ ਰਾਹੀਂ ਸਾਡੇ ਹੋਏ ਆ, ਤੇ ਸਰਵਿਸ ਵੱਲੋਂ ਤਾਂ ਨਹੀਂ ਮੈਂ ਸੋਚ ਸਕਦੀ। ਮੈਂ ਇਹ ਪੁੱਛਣਾ ਚਾਹੁੰਦੀ ਆ ਵੀ ਮੇਰਾ ਜਿੱਦਾਂ ਨੈਫਿਊ ਆ ਉਹ ਇੰਡੀਆ ਆ, ਤੇ ਇੰਡੀਆ ਤੁਹਾਡਾ ਆਫਿਸ ਕਿੱਥੇ, ਜੋ ਸਟੱਡੀ ਕਰਨਾ ਚਾਹੁੰਦਾ ਉਹਦੇ ਕੋਲ ਆਰਟਸ ਦੇ ਵਿੱਚ ਉਹ ਬੈਚਲਰ ਡਿਗਰੀ ਕਰਦਾ ਪਿਆ ਆ, ਬੈਚਲਰ ਲਾਸਟ ਈਅਰ ਜਾਂ ਜੁਲਾਈ ਤੱਕ ਖਤਮ ਹੋ ਜਾਣਾ ਉਹਦਾ। ਤੇ ਠੀਕ ਹੈ ਭੈਣ ਜੀ, ਮੈਂ ਉਹ ਪੁੱਛਣਾ ਤੁਹਾਨੂੰ ਤੁਸੀਂ ਸਵਾਲ ਕਰਨਾ ਹੈ ਜਾਂ ਤੁਹਾਨੂੰ ਇਹ ਆਪਣਾ ਆਫਿਸ ਹੀ ਪੁੱਛਣਾ ਹੈਗਾ ਇੰਡੀਆ 'ਚ? ਨਹੀਂ, ਆਫਿਸ ਵੀ ਪੁੱਛਣਾ ਕਿ ਮੈਂ ਪੁੱਛਣਾ ਕਿ ਜਿਹੜੀਆਂ ਫੀਸਾਂ ਆ ਵੀਜ਼ਾ ਲੱਗਣ ਤੋਂ ਬਾਅਦ ਦਿੱਤੀਆਂ ਜਾਂਦੀਆਂ ਜਾਂ ਪਹਿਲਾਂ ਦਿੱਤੀਆਂ ਜਾਂਦੀਆਂ, ਤੇ ਕਿੰਨਾ ਕੁ ਖਰਚਾ ਆਇਆ ਉਹ ਮੈਨੂੰ ਪੁੱਛਦੇ ਸੀਗੇ। ਠੀਕ ਹੈ, ਥੈਂਕ ਯੂ ਭੈਣ ਜੀ। ਸੁਣੋ ਤੁਸੀਂ ਆਓ, ਫਿਰ 2 ਸਵਾਲ ਹੋ ਗਏ ਜੀ। ਹਾਂਜੀ, ਪਹਿਲੇ ਬਸ ਇਹ ਸਵਾਲ ਤਾਂ ਇਹੀ ਹੈ ਸੀ ਵੀ ਪੀਆਰ ਤੋਂ ਬਾਅਦ, ਇੱਕ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਆਪਾਂ ਪੀਆਰ ਹੋਣ ਤੋਂ ਬਾਅਦ ਹੀ ਜਿਹੜੀ ਐਪਲੀਕੇਸ਼ਨ ਡਰਾ ਚਲਾ ਸਕਦੇ ਹਾਂ। ਪਰ ਜਦੋਂ ਡਰਾ ਆ ਗਿਆ ਐਟ ਦਾ ਟਾਈਮ ਆਫ ਐਪਲੀਕੇਸ਼ਨ, ਚਾਹੇ ਉਹ ਪਹਿਲਾਂ ਵਰਕ ਪਰਮਿਟ ਤੇ ਵੀ ਸੀਗਾ ਬੰਦਾ, ਇਨਕਮ ਪਿਛਲੇ 3 ਸਾਲਾਂ ਦੀ ਹੀ ਕਾਊਂਟ ਕੀਤੀ ਜਾਊਗੀ। ਪਰ ਪੀਆਰ ਆਪਾਂ ਐਪਲੀਕੇਸ਼ਨ ਪੇਰੈਂਟਸ ਦੀ ਜਦੋਂ ਪੀਆਰ ਹੋ ਜਾਂਦੇ ਆ, ਸਪੋਜ਼ ਹੁਣ ਜੇ ਜਨਵਰੀ 'ਚ ਆਪਣਾ ਬੱਚਾ ਪੀਆਰ ਹੋਇਆ ਹੈਗਾ ਹਨਾ, ਠੀਕ ਹੈ, ਤੇ ਹੁਣ ਉਹ ਨੈਕਸਟ ਮਈ ਜਾਂ ਜੂਨ 'ਚ ਕਦੇ ਵੀ ਪ੍ਰੋਗਰਾਮ ਅਨਾਉਂਸ ਹੁੰਦਾ, ਇੱਕ ਥੋੜਾ ਸਿਨੈਰੀਓ ਦੱਸ ਦਿੰਦਾ, ਉਹ 'ਚ ਆਪਣਾ ਡਰਾ ਆ ਜਾਂਦਾ। ਹੁਣ ਐਟ ਦਾ ਟਾਈਮ ਆਫ ਐਪਲੀਕੇਸ਼ਨ ਕੀ ਦੇਖੀ ਜਾਊਗੀ ਵੀ 2021, 2020 ਤੇ 2019 ਦੇ ਵਿੱਚ ਜੇ ਉਹਨਾਂ ਦੀ ਇਨਕਮ ਸਫੀਸ਼ੀਐਂਟ ਸੀਗੀ ਐਜ਼ ਪਰ ਦਾ ਰਿਕੁਆਇਰਮੈਂਟ ਆਫ ਇਮੀਗ੍ਰੇਸ਼ਨ, ਦੈਨ ਦੇ ਆਰ ਐਲੀਜੀਬਲ। ਪਰ ਇਹ ਨਹੀਂ ਵੀ ਪੀਆਰ ਹੋਣ ਤੋਂ 3 ਸਾਲ ਬਾਅਦ ਨਹੀਂ, ਪੀਆਰ ਹੁੰਦੇ ਸਾਰ ਪੇਰੈਂਟਸ ਨੂੰ ਸਪਾਂਸਰ ਕਰ ਸਕਦੇ ਆ। ਪਹਿਲੀ ਕੈਟਾਗਰੀ ਜੇ ਤੁਹਾਡੀ ਇਨਕਮ ਉਨੀ ਨਹੀਂ ਹੈਗੀ ਸੁਪਰਵਾਈਜ਼ਰ 'ਚ, ਦੂਸਰਾ ਜੇ ਇਨਕਮ ਸਫੀਸ਼ੀਐਂਟ ਹੈਗੀ, ਕਿਉਂਕਿ ਸੁਪਰਵਾਈਜ਼ਰ ਨਾਲੋਂ ਥੋੜੀ ਜਿਹੀ ਇਨਕਮ ਜ਼ਿਆਦਾ ਚਾਹੀਦੀ ਹੁੰਦੀ ਆ ਫॉर ਦਾ ਪਰਮਾਨੈਂਟ ਰੈਜ਼ੀਡੈਂਸੀ, ਥੋੜੀ ਜਿਹੀ ਜ਼ਿਆਦਾ ਮਤਲਬ 30% ਜ਼ਿਆਦਾ ਚਾਹੀਦੀ ਹੁੰਦੀ ਆ। ਤੇ ਉਦੋਂ ਵੀ ਜੇ ਇਨਕਮ ਤੁਹਾਡੀ ਪਿਛਲੇ ਸਾਲ ਵਾਲੀ ਵਰਕ ਪਰਮਿਟ ਵਾਲੀ ਵੀ ਸੀ ਤਾਂ ਵੀ ਕਾਊਂਟ ਹੋਊਗੀ। ਸੋ ਇਹ ਪਿਛਲੇ ਸਾਲਾਂ ਦੇ ਵਿੱਚ ਕਈ ਭੈਣਾਂ ਭਰਾਵਾਂ ਨੇ ਇਸ ਚੀਜ਼ ਦਾ ਬੈਨੀਫਿਟ ਵੀ ਲਿਆ। ਪਰ ਫਿਰ ਵੀ ਜੇ ਤੁਹਾਡਾ ਡਰਾ 'ਚ ਨੰਬਰ ਆਉਂਦਾ, ਤੁਹਾਡਾ ਬੱਚਾ ਵਰਕ ਪਰਮਿਟ ਤੇ ਸੀ, ਇਨਕਮ ਜ਼ਰੂਰ ਮੈਥੋਂ ਸਮਝ ਲੈਣਾ ਵੀ ਤੁਹਾਡੀ ਕਿੰਨੀ ਚਾਹੀਦੀ ਸੀ। ਅਗਰ ਲਾਈਨ ਨੰਬਰ 150 ਦੇ ਵਿੱਚ ਇਨਕਮ ਹੋਣੀ ਸੀ ਤਾਂ ਡੈਫੀਨਿਟਲੀ ਹੀ ਇਜ਼ ਐਲੀਜੀਬਲ ਟੂ ਸਪਾਂਸਰ ਦ ਪੇਰੈਂਟਸ। ਐਂਡ ਸੈਕੰਡ ਭੈਣ ਜੀ ਦਾ ਫੋਨ ਆਇਆ ਸੀਗਾ, ਜਿਹੜਾ ਉਹਨਾਂ ਦਾ ਸਭ ਤੋਂ ਪਹਿਲਾਂ ਥੈਂਕ ਯੂ, ਉਹਨਾਂ ਨੇ ਕੰਪਲੀਮੈਂਟ ਹੀ ਦਿੱਤਾ ਵੀ ਸਾਰਾ ਕੁਝ ਸਾਡੀ ਕੰਪਨੀ ਥਰੂ ਹੋਇਆ ਜੀ। ਤੇ ਦੂਸਰਾ ਜਿਹੜੇ ਹੁਣ ਉਹਨਾਂ ਨੂੰ ਇਹ ਮੈਂ ਪੁੱਛ ਲੂੰਗਾ ਇੱਕ ਵਾਰੀ, ਚਾਹੇ ਮੈਨੂੰ ਪੁੱਛ ਲੈਣ ਬਾਅਦ ਚ ਫੋਨ ਕਰਕੇ, ਵੀ ਉਹਨਾਂ ਦਾ ਕਿਹੜਾ ਸ਼ਹਿਰ ਹੈ, ਕਿਉਂਕਿ ਇੰਡੀਆ 'ਚ ਆਪਾਂ 3-4 ਜਗ੍ਹਾ ਤੋਂ ਸਰਵਿਸ ਦਿੰਦੇ ਆ। ਠੀਕ ਹੈ, ਸੋ ਅਗਲੇ ਨੂੰ ਜਿਸ ਸ਼ਹਿਰ ਦਾ ਨੇੜੇ ਹੁੰਦਾ ਉੱਥੋਂ ਦਾ ਉਹਨਾਂ ਨੂੰ ਨੰਬਰ ਦੇ ਦਿੱਤਾ ਜਾਂਦਾ ਵੀ ਆਹਾ ਨੰਬਰ ਤੇ ਤੁਸੀਂ ਚਲੇ ਜਾਓ। ਅਗਲੀ ਗੱਲ ਬਰਾੜ ਸਾਹਿਬ ਉਹਨਾਂ ਦੀ ਮੈਨੂੰ ਸਮਝ ਨਹੀਂ ਉਹਨਾਂ ਦਾ ਲੱਗੀ ਸੀ ਕਿ ਖਰਚ ਕਿੰਨਾ ਕੁ ਆ ਜਾਂਦਾ। ਹੁਣ ਖਰਚੇ ਜਿਹੜੀ ਮਹਿੰਗਾਈ ਕਹਿੰਦੇ ਵੱਧ ਗਈ ਆ, Okay, student ਇਹ ਜਿਹੜੀ ਵੀਜ਼ਾ ਦੀ ਸਟੂਡੈਂਟ ਗੱਲ- ਜਿਹੜੀ ਫੀਸ ਆ ਉਹ ਪਹਿਲਾਂ ਦੇਣੀ ਪੈਂਦੀ ਆ ਹਾਂ, ਜਾਂ ਟੋਟਲ ਕਿੰਨਾ ਖਰਚਾ ਆ ਬਿਲਕੁਲ। ਜਾਊਗਾ? ਜਿਹੜਾ ਸਟੱਡੀ ਵੀਜ਼ਾ ਹੈਗਾ ਹੁਣ ਇਹਨਾਂ ਦਿਨਾਂ 'ਚ ਜਿੰਨੇ ਵੀ ਕਾਲਜ ਦੀਆਂ ਟਿਊਸ਼ਨ ਫੀਸਾਂ ਨੇ ਤੇ ਜੀਆਈਸੀ ਆ, ਉਹ ਆਪਾਂ ਨੂੰ ਵੀਜ਼ਾ ਲੱਗਣ ਤੋਂ ਪਹਿਲਾਂ ਡਿਪੋਜ਼ਿਟ ਕਰਵਾਉਣੀ ਪੈਂਦੀ ਹੁੰਦੀ ਆ। ਉਹ ਡਿਪੈਂਡ ਕਰਦਾ ਆਪਾਂ ਕਿਹੜੇ ਕਾਲਜ 'ਚ ਆ, ਰੇਂਜ ਦੱਸ ਦਿੰਦਾ, 15 ਤੋਂ 20,000 ਡਾਲਰ ਜਿਹੜੀ ਟਿਊਸ਼ਨ ਫੀਸ ਹੁੰਦੀ ਹੈ, ਡਿਪੈਂਡ ਕਰਦਾ ਹੁੰਦਾ ਕਿਹੜਾ ਕਾਲਜ ਹੈ। ਕਿਸੇ ਕਾਲਜ ਦੀ ਜ਼ਿਆਦਾ, ਕਿਸੇ ਕਾਲਜ ਦੀ ਘੱਟ ਆ, ਕਿਸੇ ਕਾਲਜ ਦਾ ਕੋਈ, ਹਰ ਇੱਕ ਦਾ ਆਪਣਾ ਆਪਣਾ ਸਟੈਂਡਰਡ ਜਿਹਾ ਰੱਖਿਆ ਹੁੰਦਾ ਨਾ, ਵੀ ਜਿਵੇਂ ਗੁਸ਼ਾਡਨ ਹੰਬਰ ਦੀ ਜ਼ਿਆਦਾ ਹੈਗੀ ਆ, ਯੂਨੀਵਰਸਿਟੀਆਂ ਦੀ ਉਸ ਤੋਂ ਵੀ ਜ਼ਿਆਦਾ। ਕੁਝ ਜਿਹੜੇ ਰਿਮੋਟ ਵਾਲੇ ਕਾਲਜ ਨੇ ਬਾਹਰਲੇ, ਜਾਂ ਲਾ ਲਓ ਤੁਸੀਂ ਕੈਨਾਡੋਰ, ਕੈਂਬਰੀਅਨ, ਇਹਨਾਂ ਦੀ ਥੋੜੀ ਜਿਹੀ ਐਜ਼ ਕੰਪੇਅਰ ਟੂ ਨਾਲੋਂ ਘੱਟ ਹੁੰਦੀ ਆ, 15-16,000 ਦੀ ਰੇਂਜ ਹੋ ਸਕਦੀ ਆ। ਸ਼ੈਡਨ ਦੀ 18-19,000 ਹੋ ਸਕਦੀ ਹੈ, ਕਿਸੇ ਯੂਨੀਵਰਸਿਟੀ ਦੀ 20-25,000 ਡਾਲਰ 'ਚ ਹੋ ਸਕਦੀ ਆ। ਐਂਡ 10,000 ਡਾਲਰ ਦੀ ਆਪਾਂ ਨਾਲ ਜੀਐਸਸੀ ਲੈ ਕੇ ਆਉਣੀ ਹੁੰਦੀ ਆ। ਸੋ ਵੀ ਸ਼ੁੱਡ ਬੀ ਰੈਡੀ ਪਹਿਲੇ ਸ਼ਾਟ ਦੇ ਵਿੱਚ 30,000 ਡਾਲਰ ਦਾ ਜੇ ਆਪਾਂ ਰਫਲੀ ਖਰਚਾ ਕਰਨ ਵਾਸਤੇ ਰੈਡੀ ਆ, ਕਿਉਂਕਿ 10,000 ਉਹ ਤੇ 1 ਸਾਲ ਦੀ ਟਿਊਸ਼ਨ ਫੀਸ, ਬਾਕੀ ਮਾੜੀ ਮੋਟੀਆਂ ਜਿਹੜੇ ਐਮਬੈਸੀ ਫੀਸਾਂ ਹੁੰਦੀਆਂ ਨੇ ਜਾਂ ਕੁਝ ਹੋਰ ਹੁੰਦਾ, ਮਾੜੀ ਮੋਟੀ ਨੋਮੀਨਲ ਜਿਹੜੀ ਅਸੀਂ ਮਿਹਨਤਾਂ ਨਾਲ ਆਪਣਾ ਚਾਰਜ ਕਰਦੇ ਆ, ਉਹ ਐਡ ਆਨ ਕਰਕੇ ਜੇ ਸਾਰਾ ਕੁਝ 30,000 ਦਾ ਅਗਲੇ ਦਾ ਬਜਟ ਹੈਗਾ ਰੈਡੀ, ਤਾਂ ਇੱਕ ਸਟੂਡੈਂਟ ਸਟੱਡੀ ਵੀਜ਼ਾ ਲੈ ਕੇ ਇੱਥੇ ਆ ਸਕਦਾ। ਉਸ ਤੋਂ ਬਾਅਦ ਅਗਲੇ ਸਾਲ ਫਿਰ ਰੈਡੀ ਰਹਿਣ। ਕੁਝ ਤਾਂ ਬੱਚੇ ਹੁੰਦੇ ਜਿਹੜੇ ਮਿਹਨਤ ਕਰਕੇ ਕੁਝ ਕਮਾ ਲੈਂਦੇ ਨੇ, ਕੁਝ ਕਹਿੰਦੇ ਨਹੀਂ ਸਾਤੋਂ ਪੜਨ ਦੇ ਨਾਲ ਨਹੀਂ ਕਮਾਈਆਂ ਹੁੰਦੀਆਂ, ਸਾਡੀ ਟਿਊਸ਼ਨ ਫੀਸ ਵੀ ਤੁਸੀਂ ਪੇ ਕਰੋ। ਫਿਰ 15-20,000 ਡਾਲਰ, ਫਿਰ ਸੋ ਆਲਮੋਸਟ ਬੰਦਾ 50,000 ਡਾਲਰ 'ਚ ਇੱਕ ਸਟੂਡੈਂਟ ਪੈਂਦਾ ਹੈਗਾ।
ਓਕੇ, ਸੋ ਸਮਾਂ ਜ਼ਿਆਦਾ ਨਹੀਂ ਹੁੰਦਾ, ਪਰ ਮੈਂ ਇੱਕ ਸਵਾਲ ਅਖੀਰ ਦੇ ਵਿੱਚ ਸ਼ਾਰਟ ਦੇ ਵਿੱਚ ਹੀ ਕਰਿਓ ਆਪਣੀਆਂ ਉਹ ਇੱਕ ਵਾਰੀ ਆਫਿਸ ਦੀ ਜਾਣਕਾਰੀ ਦੇ ਦਿਓ। ਜਿਸ ਤਰ੍ਹਾਂ ਮੈਂ ਸਵਾਲ ਕੀਤਾ ਜੀ ਉਹ ਨਾਲ ਮਿਲਦਾ ਹੀ ਹੈਗਾ ਕਿ ਪੇਰੈਂਟਸ ਨਹੀਂ ਆ ਸਕਦੇ, ਸੁਪਰ ਵੀਜ਼ਾ ਇੱਕ ਵਧੀਆ ਚੀਜ਼ ਆ, ਇਹ ਲਵਾਈ ਲੈਣਾ ਚਾਹੀਦਾ ਤੇ ਕਿੰਨਾ ਕੁ ਔਖਾ ਹੈ? ਬਿਲਕੁਲ ਜੀ, ਇਹ 2011 ਤੋਂ ਅਨਾਉਂਸ ਹੋਇਆ ਹੋਇਆ ਪ੍ਰੋਗਰਾਮ। ਟੱਚਵੁੱਡ ਆਪਣਾ ਅਗਰ ਤੁਹਾਡੀਆਂ 2 ਰਿਕੁਆਇਰਮੈਂਟਸ ਮੀਟ ਹੁੰਦੀਆਂ ਨੇ ਜੀ, ਪੇਰੈਂਟਸ ਦੀ ਹੈਲਥ ਠੀਕ ਆ ਕਿਉਂਕਿ ਮੈਡੀਕਲ ਹੁੰਦਾ ਤੇ ਇੱਥੋਂ ਦੀ ਇਨਕਮ ਠੀਕ ਆ, 100% ਸਕਸੈਸ ਰੇਟ ਆ, ਨੈਵਰ ਰਿਫਿਊਜ਼ਡ। ਠੀਕ ਹੈ। ਉਹਦੇ ਵਾਸਤੇ ਵੀ ਇੱਕ ਇੱਕ ਇਨਕਮ ਕ੍ਰਾਈਟੇਰੀਆ ਇੱਥੋਂ ਦਾ, ਪਰਮਾਨੈਂਟ ਰੈਜ਼ੀਡੈਂਟ ਹੋਵੇ ਸੁਪਰ ਵੀਜ਼ਾ ਲਵਾਉਣ ਵਾਸਤੇ ਐਂਡ ਹੈਲਥ ਠੀਕ ਹੋਵੇ ਤਾਂ ਨੈਵਰ ਰਿਫਿਊਜ਼ਡ। ਉਹਦੇ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇੱਕ ਜਾਂਦੇ ਜਾਂਦੇ ਬਰਾੜ ਸਾਹਿਬ, ਹੁਣੇ ਹੀ ਮੈਂ ਬੈਠਾ ਪੜ੍ਹਦਾ ਸੀ ਜੀ, PNP ਅੰਟਾਰੀਓ ਦੇ ਡਰਾ ਨਿਕਲਦੇ ਹੁੰਦੇ ਸੀ, ਆਪਾਂ ਬੜੀ ਖੁਸ਼ੀ ਨਾਲ ਦੱਸਦੇ ਹੁੰਦੇ ਸੀ, ਪਰ ਹੁਣ ਇਲੈਕਸ਼ਨ ਡਿਕਲੇਅਰ ਹੋ ਗਈ ਹੈ। ਜਦੋਂ ਤੱਕ ਇਲੈਕਸ਼ਨ ਦਾ ਰਿਜ਼ਲਟ ਨਹੀਂ ਆਉਂਦਾ, ਨਵਾਂ ਮੁੱਖ ਮੰਤਰੀ ਨਹੀਂ ਬਣਦਾ, ਉਦੋਂ ਤੱਕ ਉਹਦਾ ਕੋਈ ਡਰਾ ਨਹੀਂ ਨਿਕਲਣਾ, ਕੋਈ ਉਹਦੇ 'ਚ ਕੋਈ ਐਕਟੀਵਿਟੀ ਨਹੀਂ ਹੋਣੀ, ਕਿਉਂਕਿ ਇਹ ਸਰਕਾਰਾਂ ਦੀਆਂ ਪਾਲਿਸੀਆਂ ਹੁੰਦੀਆਂ ਨੇ। ਅਗਲਾ ਚਾਹੁੰਦਾ ਨਹੀਂ ਵੀ ਜਦੋਂ ਇਲੈਕਸ਼ਨ ਡਿਕਲੇਅਰ ਹੋ ਗਈ ਤਾਂ ਜਿਹੜਾ ਐਗਜ਼ਿਸਟਿੰਗ ਪ੍ਰੀਮੀਅਰ ਆ ਉਹਦੀ ਹੁਣ ਪਾਵਰ ਰਹੀ ਹੈ ਕੋਈ, ਕਿਉਂਕਿ ਉਹ ਡਿਸੋਲਵ ਹੋ ਚੁੱਕੀ ਆ। 2 ਜੂਨ ਤੱਕ ਹੈਗਾ ਇਹ। ਜਦੋਂ ਉਸ ਤੋਂ ਬਾਅਦ ਫਿਰ ਨਵੀਂ ਸਰਕਾਰ ਬਣੂਗੀ ਦੈਨ ਹੋ ਸਕਦਾ ਫਿਰ ਉਹ ਗੱਫੇ ਦੇਵੇ ਜਾਂ ਕੋਈ ਨਵੀਆਂ ਪਾਲਿਸੀਆਂ ਬਣਾਵੇ ਜਾਂ ਇਹੀ ਸਰਕਾਰ ਆਵੇ, ਇਹਦੇ ਬਾਰੇ 'ਚ ਕੁਝ ਨਹੀਂ ਕਹਿ ਸਕਦੇ। ਪਰ ਫਾਰ ਦਾ ਟਾਈਮ ਬਿੰਗ PNP ਅੰਟਾਰੀਓ ਦੇ ਡਰਾ ਕੱਲ ਤੋਂ ਲੈ ਕੇ 2 ਜੂਨ ਤੱਕ ਕੋਈ ਨਹੀਂ ਨਿਕਲਣੇ। ਹਾਂ, ਐਪਲੀਕੇਸ਼ਨ ਇਨਟੇਕ ਕਰ ਸਕਦੇ ਹਾਂ ਆਪਾਂ, ਜੇ ਆਪਾਂ ਤਿਆਰੀ ਕਰਕੇ ਰੱਖਣੀ ਹੈ ਵੀ ਕਿਹੜੇ ਲੋਕ ਉਹ ਚਲਾ ਸਕਦੇ ਐਗਜ਼ਿਸਟਿੰਗ ਐਪਲੀਕੈਂਟ, ਤਾਂ ਵੀ ਤੁਸੀਂ ਸਾਡੇ ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਦੇ ਆਫਿਸ ਸੰਪਰਕ ਕਰ ਸਕਦੇ ਹੋ। ਸਕਰੀਨ ਤੇ ਨੰਬਰ ਆ ਰਹੇ ਨੇ, ਮੇਰੇ ਨਾਲ ਗੱਲ ਕਰਨੀ 107 ਨੰਬਰ, ਅਪਾਇੰਟਮੈਂਟ ਬੁੱਕ ਕਰਾਉਣੀ 101 ਨੰਬਰ, ਮਿਸਟਰ ਸੰਜੇ ਸ਼ਰਮਾ ਨਾਲ ਗੱਲ ਕਰਨੀ ਹੈ 210 ਨੰਬਰ ਜੀ। ਸਮਾਂ ਦੇਣ ਲਈ ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ, ਬਹੁਤ ਮਿਹਰਬਾਨੀ, ਸ਼ੁਕਰੀਆ ਦੋਸਤੋ। ਇਹ ਸੀ ਮਨਜੀਤ ਮਾਹਲ ਸਾਹਿਬ, ਸਮਾਰਟ ਇੰਟਰਨੈਸ਼ਨਲ ਇਮੀਗ੍ਰੇਸ਼ਨ ਤੋਂ। ਤੁਹਾਡੇ ਮਨ 'ਚ ਕੋਈ ਵੀ ਸਵਾਲ ਆਉਂਦਾ ਤੁਸੀਂ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਵੀ ਗੱਲਬਾਤ ਕਰ ਲਓ ਤੇ ਆਪਾਂ ਫਿਰ ਅਗਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਸਵਾਲ ਕਰ ਲਿਆ ਕਰਾਂਗੇ, ਜਾਂ ਡਾਇਰੈਕਟ ਹੀ ਮੈਂ ਕਹੂੰਗਾ ਕਿ ਇਹਨਾਂ ਦੇ ਆਫਿਸ ਤੁਸੀਂ ਕਾਲ ਕਰੋ ਤੇ ਇਹਨਾਂ ਦਾ ਸਟਾਫ ਤੁਹਾਡੀ ਅਪਾਇੰਟਮੈਂਟ ਬਣਾ ਕੇ, ਔਰ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਤੋਂ ਕੋਈ ਚਾਰਜ ਨਹੀਂ ਕਰਦੇ। ਜਦੋਂ ਤੁਸੀਂ ਆਫਿਸ ਜਾਓਗੇ ਪੂਰਾ ਰਾਏ ਮਸ਼ਵਰਾ ਲਓ, ਤੁਹਾਨੂੰ ਬੜੇ ਤਰੀਕੇ ਨਾਲ ਸਮਝਾਉਣਗੇ, ਤੁਹਾਨੂੰ ਪੂਰਾ ਸਮਾਂ ਦੇਣਗੇ। ਇਹ ਸਾਡੀ ਪੰਜਾਬ TV ਦੀ ਪੂਰੀ ਗਾਰੰਟੀ ਹੈ ਜੀ। ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਆ, ਕਮਿਊਨਿਟੀ 'ਚ ਵਿਚਰਦੇ ਆ ਤੇ ਲਾਈਵ ਤੁਸੀਂ ਦੇਖ ਹੀ ਲਿਆ ਜੀ। ਜਿਨ੍ਹਾਂ ਦਾ ਪਹਿਲਾਂ ਕੰਮ ਕੀਤੇ ਆ ਤੇ ਤੁਸੀਂ ਆਪ ਹੀ ਦੱਸਦੇ ਹੋ। ਤੇ ਧੰਨਵਾਦ, ਸ਼ੁਕਰੀਆ ਜੀ। ਅੱਜ ਲਈ ਇੰਨਾ ਹੀ, ਤੇ ਅਗਲੇ ਵੀਕ ਫਿਰ ਗੱਲਬਾਤ ਕਰਾਂਗੇ। ਬੁਲਾਈਏ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बेस्ट बार्गेन कारपेट्स एंड फ्लोरिंग सिर्फ एक ना ही नहीं, सच्ची बेस्ट बार्गेन है। ਬੈਸਟ ਬਾਰਗੇਨ ਤੇ ਮਿਲਦੇ ਨੇ ਬ੍ਰਾਂਡ ਨੇਮ ਕਾਰਪੈਟਸ, ਹਾਰਡਵੁੱਡ, ਵਾਈਨਲ ਅਤੇ ਲੈਮੀਨੇਟ ਫਲੋਰਸ ਬਾਰਗੇਨ ਪ੍ਰਾਈਸਸ ਤੇ। साडे स्टोर ते